morning students, welcome to ਪੰਜਾਬੀ ਕਲਾਸ। ਬੇਟਾ ਅੱਜ ਅਸੀਂ ਪੰਜਾਬੀ ਦੀ ਪਾਠ ਪੁਸਤਕ ਸੰਦਲੀ ਪੈੜਾ ਪੰਜਾਬੀ ਪਾਠਮਾਲਾ ਭਾਗ 4 ਵਿੱਚ ਦਰਜ ਕਹਾਣੀ ਸੰਜਮ ਬਾਰੇ ਪੜ੍ਹਾਂਗੇ, ਜੋ ਕਿ ਕਹਾਣੀਕਾਰ ਕੁਲਬੀਰ ਸਿੰਘ ਸੂਰੀ ਜੀ ਦੁਆਰਾ ਲਿਖੀ ਗਈ ਹੈ। ਓਕੇ ਬੇਟਾ, ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇਸ ਕਹਾਣੀ ਦਾ ਸਾਰ ਸੁਣਾਵਾਂਗੀ। ਤੁਸੀਂ ਸਭ ਇਸ ਨੂੰ ਧਿਆਨ ਨਾਲ ਸੁਣੋਗੇ, ਠੀਕ ਹੈ। ਇੱਕ ਪਿੰਡ ਵਿੱਚ ਬੰਸੋ ਨਾਂ ਦੀ ਔਰਤ ਰਹਿੰਦੀ ਸੀ। ਉਸ ਨੇ ਘਰ ਵਿੱਚ ਬੱਕਰੀ ਪਾਲੀ ਸੀ। ਉਹ ਸਾਰਾ ਦਿਨ ਬੱਕਰੀ ਨੂੰ ਚਾਰਦੀ ਰਹਿੰਦੀ ਸੀ। ਬੰਸੋ ਦੀ ਇੱਕ ਕੁੜੀ ਸੀ ਜਿਹੜੀ 2 ਪਿੰਡ ਛੱਡ ਕੇ ਵਿਆਹੀ ਸੀ। ਇੱਕ ਦਿਨ ਉਸ ਨੂੰ ਸੁਨੇਹਾ ਆਇਆ ਕਿ ਉਸ ਦੇ ਦੋਹਤਰਾ ਹੋਇਆ ਹੈ। ਨਾਨੀ ਬਣਨ ਦੀ ਖੁਸ਼ੀ ਵਿੱਚ ਉਸ ਦੇ ਪੈਰ ਜ਼ਮੀਨ 'ਤੇ ਨਹੀਂ ਲੱਗੇ। ਅਗਲੇ ਦਿਨ ਉਸ ਨੇ ਆਪਣੇ ਧੀ ਵੱਲ ਜਾਣ ਦੀ ਤਿਆਰੀ ਕਰ ਲਈ। ਉਸ ਨੇ ਝੋਲੇ ਵਿੱਚ ਕੱਪੜੇ ਪਾਏ ਤੇ ਜੋੜਿਆ ਹੋਇਆ ਦੇਸੀ ਘਿਓ ਦਾ ਪੀਪਾ ਚੁੱਕਿਆ ਤੇ ਕੁੜੀ ਦੇ ਪਿੰਡ ਵੱਲ ਤੁਰ ਪਈ। ਉਹ ਅੱਧੇ ਤੋਂ ਜ਼ਿਆਦਾ ਰਸਤਾ ਤੈਅ ਕਰ ਚੁੱਕੀ ਸੀ ਤੇ ਹੁਣ ਉਹ ਕੁਝ ਥਕਾਵਟ ਮਹਿਸੂਸ ਕਰਨ ਲੱਗੀ। ਥੋੜਾ ਸਾਹ ਲੈਣ ਵਾਸਤੇ ਇੱਕ ਦਰਖਤ ਥੱਲੇ ਬੈਠ ਗਈ। ਸਵੇਰੇ ਤੜਕੇ ਦੀ ਉੱਠੀ ਹੋਣ ਕਰਕੇ ਉਸ ਦੀ ਅੱਖ ਲੱਗ ਗਈ। ਥੋੜੀ ਦੇਰ ਬਾਅਦ ਜਦੋਂ ਬੰਸੋ ਉੱਠੀ ਤਾਂ ਇੱਕ ਔਰਤ ਉਸ ਦਾ ਘਿਓ ਦਾ ਪੀਪਾ ਸਿਰ 'ਤੇ ਚੁੱਕੀ ਲੈ ਜਾ ਰਹੀ ਸੀ। ਬੰਸੋ ਸਾਹੋ ਸਾਹੀ ਹੋਈ ਔਰਤ ਕੋਲ ਪਹੁੰਚੀ। ਉਸਨੇ ਆਪਣਾ ਘਿਓ ਦਾ ਪੀਪਾ ਉਸ ਕੋਲੋਂ ਮੰਗਿਆ, ਪਰ ਉਸ ਔਰਤ ਨੇ ਪੈਰਾਂ 'ਤੇ ਪਾਣੀ ਨਾ ਪੈਣ ਦਿੱਤਾ। ਉਸਨੇ ਬਸ ਇੱਕੋ ਹੀ ਗੱਲ ਫੜੀ ਸੀ ਕਿ ਇਹ ਘਿਓ ਦਾ ਪੀਪਾ ਮੇਰਾ ਹੈ। ਅਖੀਰ ਮਸਲਾ ਹਾਕਮ ਦੀ ਕਚਹਿਰੀ ਜਾ ਪਹੁੰਚਿਆ। ਹਾਕਮ ਨੇ ਦੋਹਾਂ ਧਿਰਾਂ ਦੀ ਗੱਲ ਸੁਣੀ ਤੇ ਆਪਣੇ ਸੇਵਕ ਨੂੰ ਕਿਹਾ ਕਿ ਉਹ ਬਾਹਰ 2 ਬੋਰੀਆਂ ਮਿੱਟੀ ਸੁਟਵਾ ਦੇਵੇ ਤੇ ਉਸ ਵਿੱਚ ਪਾਣੀ ਪਾ ਦੇਵੇ ਤਾਂ ਇਹਨਾਂ ਦੋਹਾਂ ਔਰਤਾਂ ਨੂੰ ਪੈਰਾਂ ਨਾਲ ਮਿੱਟੀ ਮਸਲਣ ਲਾ ਦਿਓ ਤਾਂ ਜੋ ਗਾਰੇ ਦੀ ਵਧੀਆ ਕਹਾਣੀ ਹੋ ਸਕੇ। ਥੋੜੀ ਦੇਰ ਬਾਅਦ ਹਾਕਮ ਨੇ ਬਾਹਰ ਜਾ ਕੇ ਦੇਖਿਆ ਕਿ ਦੋਵੇਂ ਔਰਤਾਂ ਗਾਰੇ ਨਾਲ ਲੱਥ-ਪੱਥ ਸਨ। ਹਾਕਮ ਨੇ ਸੇਵਕ ਨੂੰ ਕਿਹਾ ਕਿ ਇਹਨਾਂ ਨੂੰ ਇੱਕ ਗੜਵੀ ਪਾਣੀ ਦਿਓ ਤਾਂ ਜੋ ਉਹ ਹੱਥ ਪੈਰ ਚੰਗੀ ਤਰ੍ਹਾਂ ਧੋ ਕੇ ਕਚਹਿਰੀ ਵਿੱਚ ਸ਼ਾਮਲ ਹੋ ਸਕਣ। ਇਸ ਤਰ੍ਹਾਂ ਬੰਸੋ ਨੇ ਇੱਕ ਗੜਵੀ ਪਾਣੀ ਨਾਲ ਹੱਥ ਪੈਰ ਵੀ ਧੋ ਲਏ ਤੇ ਉਸ ਵਿੱਚੋਂ ਪਾਣੀ ਵੀ ਬਚਾ ਲਿਆ ਤੇ ਦੂਜੀ ਔਰਤ ਜਿਸ ਨੇ ਘਿਓ ਚੋਰੀ ਕੀਤਾ ਸੀ ਮਸਾਂ ਇੱਕ ਹੀ ਪੈਰ ਸਾਫ਼ ਕਰ ਸਕੀ ਤੇ ਪਾਣੀ ਦੀ ਹੋਰ ਮੰਗ ਕਰਨ ਲੱਗ ਪਈ। ਹਾਕਮ ਨੇ ਦੋਹਾਂ ਵੱਲ ਦੇਖਦੇ ਹੋਏ ਅੰਤ ਇਹ ਫੈਸਲਾ ਸੁਣਾਇਆ ਕਿ ਇਹ ਘਿਓ ਬੰਸੋ ਦਾ ਹੈ, ਕਿਉਂਕਿ ਉਸ ਨੇ ਬਹੁਤ ਸਬਰ ਨਾਲ ਪਾਣੀ ਨੂੰ ਸਹੀ ਢੰਗ ਨਾਲ ਵਰਤ ਕੇ ਹੱਥ ਪੈਰ ਧੋਤੇ ਸੀ ਤੇ ਦੂਜੇ ਪਾਸੇ ਉਸ ਔਰਤ ਕੋਲੋਂ ਇੱਕ ਗੜਵੀ ਪਾਣੀ ਨਾਲ ਇੱਕ ਪੈਰ ਵੀ ਸਾਫ਼ ਚੰਗੀ ਤਰ੍ਹਾਂ ਨਾ ਹੋਇਆ। ਅੰਤ ਵਿੱਚ ਸਾਰੇ ਹਾਕਮ ਦੇ ਇਨਸਾਫ ਕਰਨ ਦੇ ਤਰੀਕੇ ਤੋਂ ਬਹੁਤ ਖੁਸ਼ ਸਨ। ਬੰਸੋ ਆਪਣਾ ਘਿਓ ਦਾ ਪੀਪਾ ਲੈ ਕੇ ਕੁੜੀ ਦੇ ਪਿੰਡ ਵੱਲ ਖੁਸ਼ੀ-ਖੁਸ਼ੀ ਤੁਰ ਪਈ। ਠੀਕ ਹੈ ਬੇਟੇ, ਇਹ ਸੀ ਕਹਾਣੀ ਸੰਜਮ ਦਾ ਸਾਰ। ਤੇ ਹੁਣ ਬੇਟਾ ਪੇਜ ਨੰਬਰ 56 ਖੋਲੋਗੇ। ਹੁਣ ਮੈਂ ਤੁਹਾਨੂੰ ਔਖੇ ਸ਼ਬਦਾਂ ਦੇ ਅਰਥ ਲਿਖਾਵਾਂਗੀ। ਤੁਸੀਂ ਸਭ ਨੇ ਇਹ ਆਪਣੀਆਂ ਬੁੱਕਸ ਦੇ ਉੱਪਰ ਵਿਦ ਪੈਨਸਿਲ ਸੁੰਦਰ ਲਿਖਾਈ ਦੇ ਵਿੱਚ ਲਿਖਣੇ ਹਨ। ਓਕੇ ਬੇਟਾ, ਨੰਬਰ ਫਸਟ ਵਰਡ ਇਜ਼ ਪਿੰਡ। ਗਿਰਾਂ,
विलेज। औरत जनानी, लेडी। दही कर्ड, जमा होए, इकट्ठे होए। खुशी दा कोई ठिकाना ना रहा, बहुत खुश होना। नैक्सट, झोले विच, थैले विच, इन बैग। जोगे वास्ते। जोड़िया होया, जमा कीता होया। पैर पुंजे नहीं सी लग रहे, बहुत खुशी होनी। बेटा यह एक मुहावरा भी है, ठीक है। दोहतरे धी दा पुत्तर। थकावट महसूस करन लग पई, थकेवा होना ਜਾਂ थकेवा महसूस करन लग पई। नैक्सट बेटा, अख लग गई, नींद आ गई। अख खुली, जाग आई। चारे पासे नज़र दौड़ाई, इधर उधर निगाह मारी। नैक्सट बेटा, वाहो दाही, काहली काहली। ओके बेटा, हुण असी पेज नंबर 56 की रीडिंग स्टार्ट करांगे। तुसी सब ने यह ध्यान नाल सुनना भी है। एक पिंड विच बंसो नां दी एक औरत रहिंदी सी। उसने एक बकरी पाली हुई सी। ओह बकरी नूं सारा दिन चारदी रहिंदी सी। उस दा दुध ओह कुछ वरत लेंदी अते बाकी दही जमा के लस्सी रिड़कदी। उस दा जिहड़ा मक्खन निकलदा ओह रखी जांदी। हफ्ते पिछों ओह जमा होए मक्खन दा घ्यो बनाउंदी अते एक पीपे विच जमा करी जांदी। ओके बेटा, असी इस पैरे विच पढ़िया कि एक पिंड विच बंसो नां दी औरत रहिंदी सी। उसने एक बकरी पाली हुई सी। ओह सारा दिन उसनूं चारदी रहिंदी सी ते जो भी उसदा दुध आउंदा सी ओह कुछ वरत लेंदी ते बाकी दही जमा के उसदी लस्सी रिड़क लेंदी। उसदा जिहड़ा मक्खन निकलदा उसनूं रखी जांदी सी ते हफ्ते पिछों ओह जमा होए मक्खन नूं घ्यो बनाउंदी ते एक पीपे विच जमा करी जांदी। यस बेटा, नैक्सट देखोगे, बंसो दी इक्को ही कुड़ी सी जिहड़ी दो पिंड छड्ड के विआही हुई सी। एक दिन कुड़ी दे पिंडों सुनेहा आया कि उस दे लड़का होया है। बंसो दी खुशी दा कोई ठिकाना ना रहा, हुण ओह नानी बन गई सी। इस पैरे विच असी पढ़िया बेटा कि बंसो दी इक्को ही कुड़ी सी जो कि दो पिंड छड्ड के विआही सी। एक दिन उसनूं सुनेहा आउंदा है कि उसदी कुड़ी दे घर लड़का होया है ते नानी बनन दी खुशी विच उस दे पैर जमीन ते नहीं लग रहे सी। नैक्सट बेटा, अगले दिन उसने झोले विच कुड़ी जोगे कुछ कपड़े पाए। अपना जोड़िया होया देसी घ्यो दा पीपा चुक्या अते कुड़ी दे पिंड वल तुर पई। खुशी विच उसदे पैर पुंजे नहीं सी लग रहे। एडा भारा घ्यो वाला पीपा चुक के भी ओह काफ़ी तेज़ तुर रही सी। ओह चाहुंदी सी कि जल्दी तो जल्दी अपने प्यारे प्यारे दोतरे नूं जाके वेखे। यस बेटा, अगले दिन उसने झोले विच कुड़ी वास्ते कुछ कपड़े पाए ते जो उसने घ्यो जोड़िया सी उसदा पीपा चुक्या
ਤੇ ਕੁੜੀ ਦੇ ਪਿੰਡ ਵੱਲ ਤੁਰ ਪਈ। ਉਸ ਨੂੰ ਇੰਨੀ ਖੁਸ਼ੀ ਸੀ ਕਿ ਉਸ ਦੇ ਪੈਰ ਪੁੰਜੇ ਨਹੀਂ ਸੀ ਲੱਗ ਰਹੇ। ਘਿਓ ਦਾ ਪੀਪਾ ਇੰਨਾ ਭਾਰਾ ਸੀ, ਪਰ ਫਿਰ ਵੀ ਉਹ ਤੇਜ਼-ਤੇਜ਼ ਤੁਰ ਰਹੀ ਸੀ, ਕਿਉਂਕਿ ਉਹ ਚਾਹੁੰਦੀ ਸੀ ਕਿ ਜਲਦੀ-ਜਲਦੀ ਜਾ ਕੇ ਉਹ ਆਪਣੇ ਧੀ ਦੇ ਪੁੱਤਰ ਨੂੰ ਵੇਖੇ। ਉਸ ਨੇ ਅੱਧੇ ਤੋਂ ਜ਼ਿਆਦਾ ਰਸਤਾ ਤੁਰ ਲਿਆ। ਹੁਣ ਉਹ ਕੁਝ ਥਕਾਵਟ ਮਹਿਸੂਸ ਕਰਨ ਲੱਗ ਪਈ। ਥੋੜਾ ਸਾਹ ਲੈਣ ਵਾਸਤੇ ਇੱਕ ਦਰਖਤ ਥੱਲੇ ਬੈਠ ਗਈ। ਸਵੇਰੇ ਤੜਕੇ ਦੀ ਉੱਠੀ ਹੋਣ ਕਰਕੇ ਉਸ ਦੀ ਅੱਖ ਲੱਗ ਗਈ। ਹਾਂਜੀ ਬੇਟਾ, ਇਸ ਪੈਰੇ ਵਿੱਚ ਅਸੀਂ ਪੜ੍ਹਿਆ ਕਿ ਉਸ ਨੇ ਅੱਧੇ ਤੋਂ ਜ਼ਿਆਦਾ ਰਸਤਾ ਤੈਅ ਕਰ ਲਿਆ ਸੀ, ਪਰ ਹੁਣ ਉਹ ਆਪਣੇ ਆਪ ਵਿੱਚ ਥਕੇਵਾਂ ਮਹਿਸੂਸ ਕਰਨ ਲੱਗ ਪਈ ਸੀ। ਉਸ ਨੇ ਸੋਚਿਆ ਕਿ ਥੋੜਾ ਸਾਹ ਲੈ ਲਵਾਂ ਤੇ ਇੱਕ ਦਰਖਤ ਦੇ ਥੱਲੇ ਬੈਠ ਗਈ। ਸਵੇਰੇ ਤੜਕੇ ਦੀ ਉੱਠੀ ਸੀ, ਜਿਸ ਕਾਰਨ ਉਸ ਨੂੰ ਨੀਂਦ ਆ ਗਈ। ਥੋੜੀ ਦੇਰ ਪਿੱਛੋਂ ਜਦੋਂ ਉਸ ਦੀ ਅੱਖ ਖੁੱਲੀ ਤਾਂ ਉਸ ਨੇ ਵੇਖਿਆ ਕਿ ਘਿਓ ਵਾਲਾ ਪੀਪਾ ਤਾਂ ਹੈ ਹੀ ਨਹੀਂ। ਉਹ ਬੜਾ ਘਬਰਾਈ। ਉਸ ਨੇ ਚਾਰੇ ਪਾਸੇ ਨਜ਼ਰ ਦੌੜਾਈ। ਉਸ ਨੇ ਵੇਖਿਆ ਦੂਰ ਇੱਕ ਔਰਤ ਜਾ ਰਹੀ ਹੈ ਅਤੇ ਉਸ ਨੇ ਇੱਕ ਪੀਪਾ ਸਿਰ ਉੱਪਰ ਚੁੱਕਿਆ ਹੋਇਆ ਹੈ। ਉਹ ਉਸ ਪਾਸੇ ਵਾਹੋ-ਦਾਹੀ ਦੌੜੀ, ਜਿਸ ਪਾਸੇ ਉਹ ਔਰਤ ਤੁਰੀ ਜਾ ਰਹੀ ਸੀ। ਸੋ ਬੇਟਾ, ਇਸ ਪੈਰੇ ਵਿੱਚ ਅਸੀਂ ਪੜ੍ਹਿਆ ਕਿ ਥੋੜੀ ਦੇਰ ਬਾਅਦ ਹੀ ਬੰਸੋ ਦੀ ਅੱਖ ਖੁੱਲੀ ਤੇ ਉਸਨੇ ਦੇਖਿਆ ਕਿ ਘਿਓ ਵਾਲਾ ਪੀਪਾ ਤਾਂ ਉਸਦੇ ਕੋਲ ਨਹੀਂ ਸੀ। ਉਹ ਮਨ ਹੀ ਮਨ ਬਹੁਤ ਘਬਰਾਈ। ਉਸਨੇ ਚਾਰੇ ਪਾਸੇ ਨਜ਼ਰ ਮਾਰੀ। ਉਸਨੇ ਦੇਖਿਆ ਕਿ ਇੱਕ ਔਰਤ ਦੂਰ ਜਾ ਰਹੀ ਸੀ, ਜਿਸ ਨੇ ਸਿਰ ਦੇ ਉੱਪਰ ਪੀਪਾ ਚੁੱਕਿਆ ਹੋਇਆ ਸੀ ਤੇ ਬੰਸੋ ਵੀ ਉਸ ਦੇ ਪਿੱਛੇ ਕਾਹਲੀ ਦੌੜਦੀ ਹੋਈ ਮਗਰ ਜਾ ਗਈ। ਠੀਕ ਹੈ ਬੇਟੇ, ਇਹ ਸੀ ਪੇਜ ਨੰਬਰ 56 ਦੀ ਰੀਡਿੰਗ। ਤੁਸੀਂ ਵੀ ਇਸ ਦੀ ਰੀਡਿੰਗ ਕਰਨੀ ਹੈ ਅਤੇ ਨਾਲ ਔਖੇ ਸ਼ਬਦਾਂ ਦੇ ਅਰਥ ਵੀ ਰਿਵਾਈਜ਼ ਕਰਨੇ ਹਨ। ਥੈਂਕ ਯੂ very much.